8th ਕਲਾਸ ਸਟੂਡੈਂਟਸ, ਕਿਵੇਂ ਹੋ ਤੁਸੀਂ ਸਾਰੇ? ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਪ੍ਰੀ ਬੋਰਡ ਐਗਜ਼ਾਮਸ ਆ ਜਾਣਗੇ ਔਰ ਉਸ ਤੋਂ ਬਾਅਦ ਬੋਰਡ ਐਗਜ਼ਾਮਸ ਆ ਜਾਣਗੇ ਔਰ ਇਨ ਸਭ ਦੀ ਤਿਆਰੀ ਇੱਕੋ ਤਰੀਕੇ ਨਾਲ ਹੋ ਸਕਦੀ ਬੇਟਾ, ਬਾਰ-ਬਾਰ ਸਿਲੇਬਸ ਨੂੰ ਰਿਵਾਈਜ਼ ਕਰਕੇ। ਆਈ ਹੋਪ ਤੁਸੀਂ ਸਾਰਿਆਂ ਨੇ ਸਿਲੇਬਸ ਆਪਣਾ ਖਤਮ ਕਰ ਲਿਆ ਹੋਏਗਾ। ਜੇ ਰਹਿ ਗਿਆ ਤਾਂ ਇੱਕ ਅੱਧਾ ਹੀ ਚੈਪਟਰ ਰਹਿ ਗਿਆ ਹੋਏਗਾ। ਬੇਟਾ ਬੋਰਡ ਐਗਜ਼ਾਮਸ ਦੇ ਵਿੱਚ ਤੁਸੀਂ ਅਗਰ ਅੱਛੇ ਮਾਰਕਸ ਸਕੋਰ ਕਰਨਾ ਚਾਹੁੰਦੇ ਹੋ, ਫੁੱਲ ਮਾਰਕਸ ਸਕੋਰ ਕਰਨਾ ਚਾਹੁੰਦੇ ਹੋ, ਤਾਂ ਜੋ ਮੈਂ ਤੁਹਾਨੂੰ ਪੇਪਰ ਪ੍ਰੋਵਾਈਡ ਕਰਾਂਗੀ, ਜੋ ਮੈਂ ਤੁਹਾਨੂੰ ਮਟੀਰੀਅਲ ਪ੍ਰੋਵਾਈਡ ਕਰਾਂਗੀ, ਉਹ ਤੁਸੀਂ ਚੰਗੀ ਤਰ੍ਹਾਂ ਨਾਲ ਯਾਦ ਕਰਨਾ ਹੈ ਔਰ ਰਿਵਾਈਜ਼ ਕਰਨਾ ਹੈ। ਜਿੱਥੇ ਵੀ ਤੁਸੀਂ ਕਿਤੇ ਪ੍ਰੋਬਲਮ ਫੇਸ ਕਰਦੇ ਹੋ ਉਹ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਇਸ ਸੈਸ਼ਨ ਦੇ ਲਈ ਮਾਡਲ ਟੈਸਟ ਪੇਪਰ ਮੈਥਸ ਦਾ ਬੋਰਡ ਵੱਲੋਂ ਪ੍ਰੋਵਾਈਡ ਕੀਤਾ ਗਿਆ ਹੈ। ਅੱਜ ਆਪਾਂ ਉਹੀ ਸੋਲਵ ਕਰ ਰਹੇ ਹਾਂ, ਤਾਂ ਸ਼ੁਰੂ ਕਰਦੇ ਹਾਂ ਪੇਪਰ। ਤੁਹਾਡਾ ਜਿਹੜਾ ਪੇਪਰ ਹੈ ਉਹ 80 ਮਾਰਕਸ ਦਾ ਹੋਏਗਾ ਔਰ ਤੁਹਾਨੂੰ ਜਿਹੜਾ ਟਾਈਮ ਮਿਲੇਗਾ ਉਹ 3 ਆਵਰਸ ਦਾ ਮਿਲੇਗਾ। ਉਹਨੂੰ ਸੋਲਵ ਕਰਨ ਦੇ ਲਈ 15 ਮਿੰਟ ਜਿਹੜੇ ਹੈ ਉਹ ਆਪਾਂ ਨੂੰ ਸ਼ੀਟ ਫਿਲ ਕਰਨ ਲਈ ਮਿਲਦੇ ਨੇ। ਸਾਰੇ ਕੁਐਸਚਨਸ ਕਰਨੇ ਜਿਹੜੇ ਹੈ ਉਹ ਕੰਪਲਸਰੀ ਹੁੰਦੇ ਨੇ। ਪਹਿਲੇ 20 ਕੁਐਸਚਨਸ 1 ਮਾਰਕਸ ਦੇ ਹੋਣਗੇ, 2 to 8 ਤੱਕ ਕੁਐਸਚਨ ਸਾਨੂੰ 2 ਮਾਰਕਸ ਦੇ ਹੋਣਗੇ ਔਰ 9 to 15 4 ਮਾਰਕਸ ਦੇ ਹੋਣਗੇ ਔਰ ਉਸ ਤੋਂ ਬਾਅਦ 16 ਤੋਂ 18 3 ਕੁਐਸਚਨ 6 ਮਾਰਕਸ ਦੇ ਹੋਣਗੇ। ਇਹ ਪੇਪਰ ਪੰਜਾਬੀ ਮੀਡੀਅਮ 'ਚ ਗਿਵਨ ਹੈ, ਮੈਂ ਨਾਲ ਇੰਗਲਿਸ਼ ਮੀਡੀਅਮ ਵੀ ਦੱਸ ਦੇਵਾਂ। ਸੈਕਸ਼ਨ A ਫਰਸਟ ਕੁਐਸਚਨ 5/6 ਦਾ ਗੁਣਾਤਮਕ ਉਲਟ ਯਾਨੀ ਕਿ ਮਲਟੀਪਲੀਕੇਟਿਵ ਇਨਵਰਸ, that is 6/5। ਅਗਰ ਇੱਥੇ ਐਡੀਟਿਵ ਇਨਵਰਸ ਪੁੱਛਿਆ ਹੁੰਦਾ ਯਾਨੀ ਕਿ ਜੁੜਾਤਮਕ ਉਲਟ, ਫਿਰ ਆਪਾਂ -5/6 ਲਿਖ ਦਿੰਦੇ। ਸਿਲੰਡਰ ਦਾ ਬੇਸ ਯਾਨੀ ਕਿ ਵੇਲਣ ਦਾ ਆਧਾਰ ਕਿਵੇਂ ਦਾ ਹੁੰਦਾ ਹੈ? ਇੱਕ ਚੱਕਰ ਦੇ ਆਕਾਰ ਦਾ ਹੁੰਦਾ ਹੈ। ਹੇਠ ਲਿਖਿਆ ਵਿੱਚੋਂ ਕਿਹੜਾ ਪੂਰਨ ਕਣ ਹੈ? ਵਿਚ ਆਫ ਥੀਸ ਇਜ਼ ਅ ਪਰਫੈਕਟ ਕਿਊਬ? ਕਿਸੇ ਨੰਬਰ ਦਾ ਕਿਊਬ ਯਾਨੀ ਕਿ 125। 1 + 3 + 5 7 9 11 ਦਾ ਮੁੱਲ ਕਿੰਨਾ ਹੋਏਗਾ? ਨੰਬਰ ਕਾਊਂਟ ਕਰੋ ਬੇਟਾ, 1 2 3 4 5 6। 6 ਨੰਬਰਸ ਨੇ, 6 ਆਡ ਨੰਬਰਸ ਨੇ, ਉਹਨਾਂ ਨੂੰ ਲਗਾਤਾਰ ਨੇ ਔਰ ਇਹਨਾਂ ਨੂੰ ਐਡ ਕੀਤਾ ਗਿਆ, that is 6 square। -7/5 + 2/3 is equals to 2/3 plus -7/5। ਤਾਂ ਇਹਨਾਂ ਦਾ ਕੀ ਚੇਂਜ ਕੀਤਾ ਬੇਟਾ? ਆਰਡਰ, ਕ੍ਰਮ ਚੇਂਜ ਕੀਤਾ ਹੈ। ਸੋ ਕ੍ਰਮ ਵਟਾਂਦਰਾ ਦਾ ਗੁਣ, ਕਮਿਊਟੇਟਿਵ ਲਾਅ। ਵਰਗ ਅੰਤਰਾਲ 200 ਤੋਂ 250। ਇਸ ਕਲਾਸ ਇੰਟਰਵਲ ਦਾ ਸਾਨੂੰ ਕਲਾਸ ਮਾਰਕ ਵਰਗ ਚਿੰਨ੍ਹ ਦੱਸਣਾ ਹੈ। ਤਾਂ ਕੀ ਕਰਾਂਗੇ? ਦੋਨਾਂ ਨੂੰ ਐਡ ਕਰਕੇ ਹਾਫ ਕਰਾਂਗੇ। ਜਦੋਂ ਮੈਂ ਦੋਨਾਂ ਨੂੰ ਐਡ ਕੀਤਾ ਤਾਂ ਕਿੰਨਾ ਹੋ ਜਾਏਗਾ? 450। 450 ਠੀਕ ਹੈ, ਔਰ ਕੀਤਾ ਹਾਫ ਤਾਂ ਕਿੰਨਾ ਆ ਜਾਏਗਾ? 225। ਸੋ ਆਪਣਾ ਆਂਸਰ ਕੀ ਆ ਜਾਏਗਾ? 225। ਸੀ ਆਪਸ਼ਨ। ਵਿਅੰਜਕ x - y + 1 ਵਿੱਚ y ਦਾ ਗੁਣਾਂਕ, ਕੋਐਫੀਸ਼ੀਐਂਟ ਆਫ y ਦੇ ਅੱਗੇ ਮਾਈਨਸ ਦਾ ਨਿਸ਼ਾਨ ਹੈ, ਸੋ -1। ਜਦੋਂ ਇੱਕ ਖਾਤਾ ਦੋ ਨਾਵਾਂ ਵਿੱਚ ਖੋਲ੍ਹਿਆ ਜਾਂਦਾ ਤਾਂ ਉਸ ਖਾਤੇ ਨੂੰ ਕੀ ਕਹਿੰਦੇ? when one account is opened in 2 names it is called common account, ਸਾਂਝਾ ਖਾਤਾ। ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? what is the sum of adjacent angles of a parallelogram? 180 ਡਿਗਰੀ। ਸਪਲੀਮੈਂਟਰੀ ਹੁੰਦੇ ਨੇ ਉਹ। ਹੇਠਾਂ ਦਿੱਤਿਆਂ ਵਿੱਚ ਕਿਹੜਾ ਅੰਕ ਕਿਸੇ ਸੰਖਿਆ ਦੇ ਵਰਗ ਦੀ ਇਕਾਈ ਦਾ ਅੰਕ ਨਹੀਂ ਹੋ ਸਕਦਾ? which number can't be the unit digit of square of a number? ਕਿਸੇ ਵੀ ਨੰਬਰ ਦਾ ਸਕੁਆਇਰ ਕਰੋ ਤਾਂ ਪਿੱਛੇ 7 ਨਹੀਂ ਆ ਸਕਦਾ। 0 ਵੀ ਆ ਸਕਦਾ ਹੈਗਾ। 10 ਦਾ ਸਕੁਆਇਰ ਕਰੋ, 2 ਦਾ ਸਕੁਆਇਰ ਕਰੋ, 4 ਆ ਜਾਂਦਾ, 3 ਦਾ ਸਕੁਆਇਰ 9 ਆ ਜਾਂਦਾ। 10 ਪਾਵਰ 2 ਅਗੇਨ ਪਾਵਰ 3 ਯਾਨੀ ਕਿ ਇਹ ਦੋਨੋਂ ਹੀ ਕੀ ਹੋਣਗੀਆਂ? ਆਪਸ ਦੇ ਵਿੱਚ ਮਲਟੀਪਲਾਈ ਹੋਣਗੀਆਂ। तो 10 power 6, 10 power 6 is the answer। ਚੱਕਰ ਦੇ ਖੇਤਰਫਲ ਦਾ ਸੂਤਰ ਕੀ ਹੈ? what is the formula for area of a circle? ਕੀ ਆਂਸਰ ਆ ਜਾਏਗਾ? πr²। ਜੇਕਰ x ਅਤੇ y ਸਮਾਨ ਅਨੁਪਾਤ ਵਿੱਚ ਹਨ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? if x and y are in the same ratio then which one of the following is right? x/y is equal to k यानी कि B option is the right option। x/y ਦਾ ਆਂਸਰ ਕੀ ਆਊਗਾ? k। a + b whole square - a - b whole square। ਇਹਨੂੰ ਅਗਰ ਆਪਾਂ ਬੇਟਾ ਸੋਲਵ ਕਰਾਂਗੇ, ਫਾਰਮੂਲਾ ਲਗਾ ਲਓ
ए स्क्वायर प्लस बी स्क्वायर प्लस 2ab माइनस ए स्क्वायर प्लस बी स्क्वायर माइनस 2ab। तो 2ab आंसर कितना आ गया बेटा 4ab। सो डी ऑप्शन इज द राइट ऑप्शन। मूल बिंदु के निर्देशांक की होंगे कोऑर्डिनेट्स ऑफ ओरिजिन आर 0,0। 4x² प्लस 8x अपॉन 4x का मुल पता करना है, यानी कि तुसीं इहनूं सॉल्व करना चाहते हो। सो 4x² इनू भी 4x नाल डिवाइड कर दो, 8x इनू भी 4x दे नाल डिवाइड कर दो। ठीक है, 4x 4 और एक तरह x कटिया गया, आ 4x और 8x कट के 2 आ गया। सो x प्लस 2 इज द आंसर। बी ऑप्शन इज द राइट ऑप्शन। किसी सम चतुर्भुज के विकर्ण एक दूजे ਨੂੰ किन्ने कोण ते ਕੱਟਦੇ हैं। डायगोनल्स ऑफ रोम्बस बाइसेक्ट एट व्हाट एंगल 90 डिग्री। रोम्बस ਤੁਹਾਨੂੰ पता ही है बेटा किहो जिहा ਹੁੰਦਾ है, ਆਪਾਂ डायगोनल्स बना ਲੈਂਦੇ ਆ। आ देखो आ ड्रॉ किते तो कितना एंगल बन रहा अपने को 90 डिग्री का एंगल बन रहा है। सो किहड़ा ऑप्शन आ गया बी ऑप्शन। तत्समक ਨੂੰ पूरा करो a² माइनस b²। ये तो ਤੁਹਾਨੂੰ सब ਨੂੰ ਆਂਦਾ ही है बेटा a प्लस b a माइनस b। सो ए ऑप्शन इज द राइट ऑप्शन। 0.75 मल्टीप्लाइड बाय 10 क्यूब का सधारण रूप की होवेगा। इन्हू बिल्कुल सिंपल फॉर्म दे विच लिखना है, तेनू सॉल्व कर लो। 75 दे नाल कितनी जीरोज आएंगे 1 2 3, क्योंकि 10 की पावर कितनी 3। हुण पॉइंट तो बाद कितने डिजिट्स ने 2, बैक तो पॉइंट लगाओ 1 2, तो आंसर कितना आ गया मेरे को 750। बी ऑप्शन इज द राइट ऑप्शन। एक चल वाली रेखी समीकरण की घात कितनी होंगी है। डिग्री ऑफ अ लीनियर इक्वेशन इन वन वेरीएबल। तो ये बेटा वेरीएबल चाहे कोई भी होदा फर्क नहीं पैंदा। गल है कि लीनियर इक्वेशन है तो वो डिग्री कितनी होएगी 1, घात होएगी 1। हुण आपां 2 मार्क्स के क्वेश्चन नूं सॉल्व करते हैं। संख्या 3/4 विचों संख्या -7/8 नूं घटाओ। सबट्रैक्ट -7/8 फ्रॉम 3/4। इनू सॉल्व कर लेंगे बेटा। क्वेश्चन नंबर 2 सेक्शन बी 3/4 माइनस -7/8। माइनस वाला ही क्वेश्चन आना है, बस ये गल तुसी ध्यान रखनी। 2 बार माइनस की हो गया प्लस। इत्थे हुण तुसी किहड़ा मैथड लगाओगे बेटा बटरफ्लाई मैथड लगा लो। जे एलसीएम लेना आंदा तो एलसीएम लगा लो, दोनों ही क्वेश्चन ठीक ने। 8 4 जा कितना आ गया 32, 8 3 जा 24, 7 4 जा 28। एडअप कर लो, इन्होंने कर लो कैंसिल। 2 पर कर सकते हो, 2 2 जा 4, 2 6 जा 12 और 16 आ गया। फिर 2 पर कर लो 13 और नीचे कितना आ गया 8। ठीक है, 13/8 आंसर आ गया। अगर एलसीएम नाल कर दो तो नीचे 8 एलसीएम आएगा। ठीक है, और इनू 2 नाल करोगे तो 6 आ जाएगा प्लस 7, तो भी कितना आंसर आ गया 13/8। इत्थे तुसी एलसीएम फाइंड आउट करोगे पहला। दोनों तरीके ना क्वेश्चन ठीक है। क्वेश्चन नंबर 3, एक पासे नूं एक बार सुटिया जाता है। एक अभाज्य संख्या आउण दी संभावना पता करो। फाइंड द प्रोबेबिलिटी ऑफ अ प्राइम नंबर व्हेन अ डाइस इज थ्रोन। ठीक है, तो डाइस पर बेटा जिहड़े टोटल आउटकम्स हुंदे ने अपने कुल संभावी परिणाम हुंदे ने वो किन्ने हुंदे 6। किहड़े किहड़े 1 2 3 4 5 6। ओके, हुण इहदे विचों मैं की लेने ने अभाज्य संख्यावां प्राइम नंबर्स। तो किहड़े किहड़े होए 2 3 5 2 3 5। तो टोटल संभावी परिणाम किन्ने आ गए मेरे को 3। प्रोबेबिलिटी का फॉर्मूला की हुंदा बेटा नंबर ऑफ फेवरेबल आउटकम्स अपॉन नंबर टोटल आउटकम्स। टोटल आउटकम्स ये आ गया। ओके, हुण कितना आ गया आंसर इत्थे मेरे को 3/6, दैट मीनस 1/2। ठीक है, तो इत्थे जे ईवन नंबर आया बेटा 2 4 6 लिख दियो। जे ऑड नंबर आ गया तो तुसी 1 3 5 लिख दियो। हर एक केस दे विच अपने कोल 3/6 यानी कि 1/2 आंसर ही आएगा। हर केस दे विच 1/2 आंसर आना है, ईवन ऑड चाहे प्राइम। एक संख्या दा घन करन ते 3375 प्राप्त हुंदा। संख्या पता करो। क्यूब ऑफ अ नंबर इज
3375 फाइंड द नंबर। तो आपां की करना है बेटा, नंबर दा क्यूब रूट पता करना है। 3375 का मैं क्यूब रूट फाइंड आउट करना है। इक्को ही मैथड है दा, वो लगावांगे आपां प्राइम फैक्टराइजेशन मैथड, अभाज गुणनखंड विधि। ठीक है, पिछे 5 है तो तुसी 5 नाल डिवाइड कर लो। 5 6 जा 30, 5 7 जा 35, 5 5 जा 25। एक बार चले गया तो 2 बार होड़ जाना ही, क्योंकि तुसी क्यूब रूट फाइंड आउट कर रहे हो अगे। ठीक है, 27 देख लिया तुसी, हुण तो पता ही थानू 3 पर जाएगा 3 बारी। सो ये अपने कोल की बन गए बेटा, हुण अपने कोल बन गए ट्रिपलेट्स, 3 बारी 5 और 3 बारी 3। थानू इनू पता ही किवें लिखना। हुण 5 नू आपां 3 बारी लिखांगे और 3 नू भी 3 बारी लिख लांगे। सो फाइंड आउट आपां की कर रहे हैं दा, क्यूब रूट फाइंड आउट कर रहे हैं। सो इत्थे क्यूब रूट लगा दिया और आंसर। कई बार बच्चे ना बेटा इनू नहीं हटाने हैंगे और 5 भी एक बार लिख लेंगे और 3 भी एक बार लिख लेंगे। तो रूट हटाओगे ना ਤਾਂ ही तो तुसी एक बारी 5 और 3 लिख रहे हो। ठीक है, सो आंसर कितना आ गया मेरे को, 15 इज द आंसर। 15 नू 3 बारी मल्टीप्लाई करांगे तो आंसर आ जाएगा 3375। नैक्सट क्वेश्चन, क्वेश्चन नंबर 5। 135 किलोमीटर का 37 सेंटीमीटर अनुपात पता करो। रेशो फाइंड आउट करनी है मैं कि 135 सेंटीमीटर एंड 27 135 मिलीमीटर एंड 27 सेंटीमीटर। हुण बच्चे गलती इत्थे की करते हैं, इनू डिवाइड कर देंगे ने। डिवाइड तो करना है बेटा, लेकिन आपां पहला यूनिट्स भी सेम करनियां ने। सो क्वेश्चन नंबर 5 की कहता है 135 मिलीमीटर और 27 सेंटीमीटर। सो आपां सेंटीमीटर नू मिलीमीटर बनावांगे। 1 सेंटीमीटर दे विच 10 मिलीमीटर हुंदे ने। सो ये हो जाएगा 27 मल्टीप्लाई बाय 10 यानी कि 270 मिलीमीटर। हुण तुसी रेशो फाइंड आउट करो। तो रेशो कितनी आ गई बेटा, 1/2। क्वेश्चन नंबर 6। 2x + 3x - 7 का गुणनफल पता करो। इत्थे बेटा कोई भी अपने कोल फॉर्मूला नहीं लग रहा, कोई आइडेंटिटी नहीं लग रही। क्यों? 2 ब्रैकेट्स ने और दोनों ब्रैकेट्स विच पहला नंबर डिफरेंट है, तो थानू इनू डिस्ट्रीब्यूटिव लॉ दे नाल ही मल्टीप्लाई करना पवेगा। सो 2x दे नाल x - 7, आ 2x नू आ सारे दा सारा ब्रैकेट देवांगे बेटा। उस तो बाद आएगा प्लस, फिर 3 नू आ सारा दा सारा ब्रैकेट देवांगे, x - 7। ठीक है, हुण 2x दे नाल x, 2x दे नाल 7, 3 दे नाल x, 3 दे नाल -7, 2x स्क्वायर। तो 2 × 7 कितना आ जाएगा, माइनस आना ना इत्थे 14 और नाल आ गया x, 3x और -3 7 जा 21। हुण देखो x एंड x ये दोनों भैन भरा कजन्स आ गए, ये सॉल्व हो सकते हैं, ना ही x स्क्वायर ना ही 21। सो 2x स्क्वायर -14 + 3 कितना आ गया, -11x - 21। ये आ गया अपने को आंसर। जे फार्मूला लगता आप फार्मूला लगा लेंगे। घन की भुजा पता करो जिसका खेत्रफल 600 सेंटीमीटर स्क्वायर है। फाइंड द साइड ऑफ अ क्यूब हुज एरिया इज 600 सेंटीमीटर स्क्वायर। सो आ अपने कोल बेटा क्यूब है, ठीक, और मान लेने दी साइड हैगी है ए, सारे पासों ए है ना बेटा साइड। ठीक है, सो एरिया यानी कि खेत्रफल दे रखा है 600 सेंटीमीटर स्क्वायर। बट एरिया का फॉर्मूला की हुंदा है, एरिया का फॉर्मूला की हुंदा बेटा 6a² किदे बराबर, 600 के बराबर। सो 6 नू 600 का कैंसल कितना आ गया, 100। a² = 100 आ गया। सो a जो कि साइड है वो की आ जाएगा √100, दैट इज 10 सेंटीमीटर। कितना सौखा क्वेश्चन सीगा। तो क्वेश्चन नंबर 7। हुण चलते क्वेश्चन नंबर 8, लास्ट क्वेश्चन ऑफ दिस सेक्शन। 1/3 - 2 1/4 - 2 1/4 - 1/5 - 2 की वैल्यू फाइंड आउट करनी है। देखने लगता कितना मुश्किल है, बट बहुत ही ईजी क्वेश्चन है। सो बेटा इत्थे आपां की प्रिंसिपल यूज कर रहे हैं कि अगर 1/a दी पावर -m है
ਤਾਂ ਇਹਦਾ ਆਪਾਂ ਕੀ ਲੈ ਲੈਣਾ ਰੈਸੀਪ੍ਰੋਕਲ, ਤਾਂ ਇਹ ਪਾਵਰ ਮਾਈਨਸ ਦੀ ਕੀ ਬਣ ਜਾਏਗੀ ਪਲੱਸ। ਸੋ ਇਹ 3 ਪਾਵਰ 2 4 ਪਾਵਰ 2 5 ਪਾਵਰ 2, ਸੋ ਇਟ ਇਜ਼ 9 16 plus 25। आंसर कितना आ गया मेरे को 50 is the answer। so easy। so this concludes section B। इस तो बाद है क्वेश्चन 4 मार्क्स ਦੇ। सेक्शन C शुरू करते हैं जिस विच 4 मार्क्स ਦੇ क्वेश्चंस हैगे। पहला क्वेश्चन, शोभे ਦੀ माता ਦੀ वर्तमान उम्र शोभे ਦੀ वर्तमान उम्र ਦਾ 6 गुणा है। 5 साल बाद शोभे ਦੀ ਉਮਰ ਆਪਣੀ ਮਾਤਾ ਦੀ ਉਮਰ ਦੀ 1/3 ਹੋ ਜਾਵੇਗੀ। ਉਹਨਾਂ ਦੀ ਵਰਤਮਾਨ ਉਮਰ ਪਤਾ ਕਰੋ। ਤਾਂ ਇੰਗਲਿਸ਼ ਵਿੱਚ ਕੁਐਸਚਨ ਕੀ ਹੈ ਬੇਟਾ, ਉਹਦੀ ਮਦਰ ਦੀ ਜੋ ਏਜ ਹੈ ਉਹ ਸ਼ੋਭਾ ਦੀ ਏਜ ਦੀ ਕੀ ਹੈ 3 ਟਾਈਮਸ ਹੈ। ਠੀਕ ਹੈ, ਜਾਂ ਆ ਸਕਦਾ ਵਰਡ ਥਰਾਈਸ। ਆਫਟਰ 5 years ਸ਼ੋਭਾ ਇਜ਼ 1/3 of the mother of his age। find their present age। ਅੱਜ ਦੀ ਉਮਰ ਯਾਨੀ ਕਿ ਪ੍ਰੈਜ਼ੈਂਟ ਏਜ ਆਪਾਂ ਪਤਾ ਕਰਨੀ ਹੈ। ਤਾਂ ਕੁਐਸਚਨ ਆਪਾਂ ਸ਼ੁਰੂ ਕੀ ਕਰਾਂਗੇ ਬੇਟਾ, ਦੇਖੋ ਇੱਥੇ ਇਹ ਗੱਲ ਦੇਖਣ ਵਾਲੀ ਹੈ ਕਿ ਸ਼ੋਭੇ ਦੀ ਵਰਤਮਾਨ ਉਮਰ ਦਾ 6 ਗੁਣਾ ਹੈ। ਤਾਂ ਆਪਾਂ ਸ਼ੋਭਾ ਦੀ ਵਰਤਮਾਨ ਉਮਰ ਯਾਨੀ ਕਿ ਪ੍ਰੈਜ਼ੈਂਟ ਏਜ ਨੂੰ x ਈਅਰਸ ਮੰਨਾਂਗੇ ਔਰ ਉਹਦੀ ਮਦਰ ਦੀ ਏਜ ਸ਼ੋਭਾਜ਼ ਮਦਰਸ ਏਜ ਵਿਲ ਬੀ 6 ਮਲਟੀਪਲਾਈਡ ਬਾਈ x। ਕਿ 5 ਸਾਲ ਬਾਅਦ ਸ਼ੋਭੋ ਦੀ ਉਮਰ ਜੋ ਹੋਏਗੀ ਉਸਦੀ ਮਾਤਾ ਦੀ ਪ੍ਰੈਜ਼ੈਂਟ ਏਜ ਵਰਤਮਾਨ ਉਮਰ ਦਾ 1/3 ਹੋਏਗੀ। ਸ਼ੋਭੋ ਦੀ ਉਮਰ ਜੋ ਹੈ ਉਹ 5 ਸਾਲ ਬਾਅਦ x+5 ਹੋਏਗੀ, ਲੇਕਿਨ ਮਾਤਾ ਦੀ ਜਿਹੜੀ ਉਮਰ ਹੈ ਪ੍ਰੈਜ਼ੈਂਟ ਏਜ ਹੈ ਉਹ ਕਿੰਨੀ ਹੈ 6x ਹੈ। ਤਾਂ 6x ਦਾ 1/3 ਜਿਹੜੀ ਹੈ ਉਹ ਸ਼ੋਭੋ ਦੀ ਏਜ ਹੋ ਗਈ ਹੈ। ਸੋ x+5 ਵਿਲ ਬੀ ਇਕੁਅਲ ਟੂ 2x। ਠੀਕ ਹੈ, और 5 is equals to 2x minus x यानी कि x is equals to 5 years। तो शोभो दी प्रेजेंट एज कितनी है 5 साल है और ओदी माता दी उम्र कितनी है, मदर्स एज कितनी है बेटा 6 टाइम्स है ना। मदर्स प्रेजेंट एज जो है वो 6 मल्टीप्लाइड बाय x है यानी कि 6 5 30 years है। ठीक है, हुण तुसीं ये देखो 5 साल बाद शोभो ਦੀ ਏਜ ਕਿੰਨੀ ਹੋ ਜਾਏਗੀ 10 years और 10 years 30 years ਦਾ 1/3 ਹੁੰਦਾ ਹੈ। ਬਿਲਕੁਲ ਠੀਕ ਹੈ। ਇਹਦੀ ਔਰ ਦੇ ਵਿੱਚ ਸੈਕੰਡ ਕੁਐਸਚਨ ਦੇ ਰੱਖਿਆ ਬੇਟਾ, ਇਸ ਇਕੁਏਸ਼ਨ ਨੂੰ ਸੋਲਵ ਕਰਨਾ ਉਹ ਦੇਖ ਲੈਂਦੇ ਹਾਂ। ਆ ਮੇਰੇ ਕੋਲ ਇਕੁਏਸ਼ਨ ਗਿਵਨ ਹੈ 5x - x - 1/4 x - 3/5। ਠੀਕ ਹੈ, ਇਹਨੂੰ ਸੋਲਵ ਕਰਨ ਦਾ ਕੀ ਤਰੀਕਾ ਹੈ ਬੇਟੇ, ਇਹਨੂੰ ਸੋਲਵ ਕਰਨ ਦੇ ਲਈ ਤੁਹਾਨੂੰ 3 ਔਰ 4 ਦਾ ਕੀ ਲੈਣਾ ਪੈਣਾ ਹੈ ਐਲਸੀਐਮ, ਜੋ ਕਿ ਆ ਗਿਆ 12। 4 ਉੱਪਰ ਮਲਟੀਪਲਾਈ ਹੋਏਗਾ, 3 ਇੱਧਰਲੇ ਪਾਸੇ ਮਲਟੀਪਲਾਈ ਹੋਏਗਾ। ਸੋ 4 5 ਆ ਗਿਆ 20x ਔਰ -3 ਔਰ ਬ੍ਰੈਕਟ ਵਿੱਚ x - 1। ਹੁਣ ਜਦੋਂ ਆਪਾਂ ਇਸ ਬ੍ਰੈਕਟ ਨੂੰ ਓਪਨ ਕਰਾਂਗੇ ਤਾਂ -3 + 3 ਇਹ ਦੋ ਚੀਜ਼ਾਂ ਬਣਨਗੀਆਂ। ਇੱਥੇ ਆਪਣਾ ਸਾਈਨ ਚੇਂਜ ਹੋਣਾ, ਇਹ ਗੱਲ ਦਾ ਆਪਾਂ ਧਿਆਨ ਰੱਖਣਾ। ओके, तो 20 - 3x कितना आ गया 17x + 3/12 और x - 3/5। ਇਹ ਕੁਐਸਚਨ ਆ ਗਿਆ। ਹੁਣ ਇੱਥੋਂ ਆਪਾਂ ਅਗੇਨ ਕ੍ਰਾਸ ਮਲਟੀਪਲਾਈ ਨਾਲ ਇਹਨੂੰ ਸੋਲਵ ਕਰਨਾ ਹੈ। ਸੋ 85x - 12x is equals to -36 - 15। so x is equals to -51/73। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਚਿੱਤਰ ਨੂੰ ਵੇਖਦੇ ਹੋਏ चित्र एक ABCD एक आयत है, ये अपन एक रैक्टेंगल दे रखे है और ये एंगल BAC 36 डिग्री है यानी कि आ वाला एंगल 36 डिग्री दे रखे है। तो एंगल ACB फाइंड आउट करना चाहते हैं, आ वाला एंगल फाइंड आउट करना है। बहुत ही सिंपल है बेटा, क्योंकि ये रैक्टेंगल है सो दिस इज़ 90 डिग्री। और इस ट्रायंगल को देखो तुसी ACB, इस ट्रायंगल को अगर आप ध्यान दईए तो ये एक एंगल 2 एंगल और 3 एंगल, तिना का सम कितना हो जाएगा 180 और ये 36 और 90 कर देंगे माइनस। सो एंगल CAB 36 डिग्री है, ABCD रेक्टेंगल है तो ऑल एंगल्स आर 90 डिग्री। एंगल BB 90 हो गया, CAB ACB B 180 हो गया, तो सम कितना आ गया 180। सो एंगल ACB + 126 is equal to 180 डिग्री।
सो एंगल ACB इज इक्वल टू 180 डिग्री माइनस 126 माइनस कर लो 54 डिग्री इज द आंसर। क्वेश्चन नंबर 10 ਆਪਾਂ ਕਰ ਲਿਆ। ਹੁਣ क्वेश्चन नंबर 11 ਵੱਲ ਚੱਲਦੇ ਹਾਂ। क्वेश्चन नंबर 11 ਦੇ ਵਿੱਚ ਆਪਾਂ ਟੇਬਲ ਨੂੰ ਕੰਪਲੀਟ ਕਰਨਾ ਹੈ ਔਰ ਟੇਬਲ ਵਿੱਚ ਕੀ ਗਿਵਨ ਹੈ x and y they are in direct proportion। x and y डायरैक्ट प्रपोर्शन ਦੇ ਵਿੱਚ ਹੈਗੇ ਤੇ ਇਸ ਟੇਬਲ ਨੂੰ ਕੰਪਲੀਟ ਕਿਵੇਂ ਕੀਤਾ ਜਾਊਗਾ। डायरैक्ट प्रपोर्शन ਦੇ ਵਿੱਚ ਬੇਟਾ ਕੀ ਹੁੰਦਾ ਹੈ 2/8 ਦੀ ਜੋ ਰੇਸ਼ੋ ਹੈ ਉਹ ਬਿਲਕੁਲ ਐਗਜ਼ੈਕਟਲੀ ਇਸੇ ਤਰੀਕੇ ਨਾਲ ਇਕੁਅਲ ਹੁੰਦੀ ਹੈ A/R20 ਔਰ ਇਜ਼ ਇਕੁਅਲਸ ਟੂ 8/B। ਤਾਂ ਵਿੱਚ ਤੁਸੀਂ ਬਸ ਇਕੁਅਲ ਟੂ ਦਾ ਨਿਸ਼ਾਨ ਲਗਾਉਣਾ ਔਰ ਇਹਨੂੰ ਕ੍ਰਾਸ ਮਲਟੀਪਲੀਕੇਸ਼ਨ ਨਾਲ ਸੋਲਵ ਕਰ ਲੈਣਾ। ਠੀਕ ਹੈ, ਤਾਂ ਸੋਲਿਊਸ਼ਨ ਵੇਖ ਲੈਂਦੇ ਹਾਂ। ਸੋ ਦਿਸ ਇਜ਼ ਦਾ ਕੁਐਸਚਨ। ਆਪਾਂ ਇਹਨੂੰ ਇਸ ਤਰੀਕੇ ਨਾਲ ਲਿਖ ਲਿਆ। ਇਹਦੇ ਵਿੱਚ ਪਹਿਲਾਂ ਤੁਸੀਂ ਆਹ ਵਾਲਾ ਪੋਰਸ਼ਨ ਯੂਜ਼ ਕਰ ਲਓ 2/8 A/20 ਇਹਨੂੰ ਕੈਂਸਲ ਕਰਕੇ 1/4 ਆ ਗਿਆ। 1/4 is equals to A/20। ठीक है, A is equals to what 20/4 ਇਹਦਾ ਮਤਲਬ A ਦਾ ਆਂਸਰ ਕਿੰਨਾ ਆ ਗਿਆ 5। ਸਿਮਿਲਰਲੀ ਹੁਣ 2/8 ਔਰ 8/B ਯੂਜ਼ ਕਰ ਲਓ। ਸੋ 1/4 is 8/B, so B is equal to 8 4s 32। ठीक है, तो दोनों आंसर अपने को आ गए। A आ गया 32 और A मेरे को आ गया 5। ਇਹਦੇ ਵਿੱਚ ਔਰ ਇੱਕ ਹੋਰ ਕੁਐਸਚਨ ਦੇ ਰੱਖਿਆ ਚੁਆਇਸ ਦੇ ਵਿੱਚ। ਅਗਰ ਪ੍ਰੈਫਰੈਂਸ ਹੋਵੇ ਤਾਂ ਬੇਟਾ ਆਪਾਂ ਨੂੰ ਆਹੀ ਕੁਐਸਚਨ ਕਰਨਾ ਚਾਹੀਦਾ ਹੈ। ਇੱਕ ਹੋਸਟਲ ਵਿੱਚ 100 ਵਿਦਿਆਰਥੀਆਂ ਲਈ 21 ਦਿਨਾਂ ਦੇ ਖਾਣੇ ਦਾ ਸਟਾਕ ਪ੍ਰਬੰਧ ਹੈ। ਜੇ 100 ਵਿੱਚੋਂ 25 ਵਿਦਿਆਰਥੀ ਇੱਕ ਮਹੀਨੇ ਲਈ ਘਰ ਚਲੇ ਜਾਂਦੇ ਹਨ ਤਾਂ ਬਾਕੀ ਵਿਦਿਆਰਥੀਆਂ ਲਈ ਖਾਣੇ ਦੀ ਸਮੱਗਰੀ ਕਿੰਨੇ ਦਿਨ ਚੱਲੇਗੀ। ਦੇਖੋ ਬੇਟਾ ਇੰਗਲਿਸ਼ ਵਿੱਚ ਆਪਾਂ ਕੁਐਸਚਨ ਦੇਖ ਲੈਂਦੇ। ਇਨ ਅ ਹੋਸਟਲ ਦਾ ਫੂਡ for 100 students will last for 21 days। मतलब दो चीज़ें दे रखी हैं students and days। if 25 students leave how many days the food will last। तो दो चीज़ां ने number of students पहला 100 ने और days किन्ने 25। हुण वो कह रहा number of students जिहड़े हैं ਉਹ 100 ਮਾਈਨਸ 25 ਸਟੂਡੈਂਟਸ ਚਲੇ ਗਏ ਨੇ ਤਾਂ ਹੁਣ ਸਟੂਡੈਂਟਸ ਕਿੰਨੇ ਰਹਿ ਗਏ ਮੇਰੇ ਕੋਲ 75 ਸਟੂਡੈਂਟਸ ਅਗਰ ਹੋਣ ਤਾਂ ਕਿੰਨੇ ਦਿਨ ਖਾਣਾ ਚੱਲੇਗਾ ਉਹ ਆਪਾਂ ਮੰਨ ਲੈਂਦੇ x। ਸੋ ਬੇਟਾ ਜਿੰਨੇ ਜ਼ਿਆਦਾ ਸਟੂਡੈਂਟਸ ਹੋਣਗੇ ਉਨੇ ਘੱਟ ਖਾਣਾ ਚੱਲੇਗਾ। ਜਿੰਨੇ ਘੱਟ ਸਟੂਡੈਂਟਸ ਹੋਣਗੇ ਉਨੇ ਜ਼ਿਆਦਾ ਦਿਨ ਖਾਣਾ ਚੱਲੇਗਾ। ਤੁਸੀਂ ਦੇਖ ਰਹੇ ਹੋ ਐਰੋਜ਼ ਜੋ ਹੈ ਉਹ ਇੱਕ ਦੂਸਰੇ ਤੋਂ ਉਲਟੇ ਪੋਜੀਸ਼ਨ ਵਿੱਚ ਮੂਵ ਕਰ ਰਹੇ। ਇੱਕ ਐਰੋ ਉੱਪਰ ਜਾ ਰਿਹਾ ਦੂਸਰਾ ਐਰੋ ਨੀਚੇ ਆ ਰਿਹਾ। ਇਹਦਾ ਮਤਲਬ ਇਹ ਕਿਹੜਾ ਪ੍ਰਪੋਰਸ਼ਨ ਹੈ ਇਨਡਾਇਰੈਕਟ ਪ੍ਰਪੋਰਸ਼ਨ ਯਾਨੀ ਕਿ ਅਸਮਾਨ ਅਨੁਪਾਤ। ਜਦੋਂ ਅਸਮਾਨ ਅਨੁਪਾਤ ਹੁੰਦਾ ਹੈ ਤਾਂ ਤੁਸੀਂ ਇਸ ਟੇਬਲ ਦੇ ਵਿੱਚ ਕੀ ਕਰਨਾ ਹੈ ਇੱਥੇ ਮਲਟੀਪਲੀਕੇਸ਼ਨ ਦਾ ਨਿਸ਼ਾਨ ਲਗਾਉਣਾ ਹੈ ਔਰ ਇੱਥੇ ਲਗਾਉਣਾ ਹੈ ਇਕੁਅਲ ਟੂ। ਸੋ 100 ਮਲਟੀਪਲਾਈਡ ਬਾਈ 21 ਇਜ਼ ਇਕੁਅਲ ਟੂ 75 ਮਲਟੀਪਲਾਈਡ ਬਾਈ x। ਹੁਣ ਤੁਸੀਂ ਇਹਨੂੰ ਸੋਲਵ ਕਰ ਲਓ। ਇੱਥੇ ਕੀ ਆ ਜਾਏਗਾ x ਆ ਜਾਏਗਾ ਔਰ 100 ਮਲਟੀਪਲਾਈਡ ਬਾਈ 21 ਡਿਵਾਈਡਡ ਬਾਈ 75। 15 ਦਾ ਟੇਬਲ ਆਪਾਂ 5 ਦਾ ਟੇਬਲ ਪੜ੍ਹ ਸਕਦੇ ਹਾਂ ਇੱਥੇ 5 2s 10 5 15s फिर 5 ਦਾ ਟੇਬਲ ਪੜ੍ਹ ਸਕਦੇ ਹਾਂ 5 4s 20 5 3s। ਠੀਕ ਹੈ, ਐਂਡ 3 7s 21। ਸੋ x is 4 7s 28 days। ਦੇਖੋ ਧਿਆਨ ਨਾਲ ਦਿਨ 21 ਤੋਂ ਕੀ ਹੋ ਗਏ 28 ਅਪ ਹੋ ਗਏ ਕਿਉਂਕਿ ਬੱਚੇ 100 ਤੋਂ ਘੱਟ ਗਏ ਸੀਗੇ। ਠੀਕ ਹੈ, ਕੁਐਸਚਨ 12 ਹੈ ਗੁਣਨ ਖੰਡੀਕਰਨ ਯਾਨੀ ਕਿ ਤੁਸੀਂ ਸਿੰਪਲ ਫੈਕਟਰਾਈਜ਼ ਕਰਨਾ ਹੈ x² - 5x + 6। ਸੋ ਇਹਦੇ ਆਪਾਂ ਫੈਕਟਰਸ ਬਣਾਵਾਂਗੇ। ਕਿਸ ਤਰੀਕੇ ਨਾਲ ਬਣਾਣੇ ਬੇਟਾ ਜਿਹੜਾ ਆ ਨੰਬਰ ਹੈ 6 ਇਹ ਦੋ ਨੰਬਰਸ ਦਾ ਕੀ ਹੋਣਾ ਚਾਹੀਦਾ ਹੈ ਪ੍ਰੋਡਕਟ ਔਰ ਜਿਹੜਾ ਆ ਨੰਬਰ ਹੈ 5 ਇਹ ਦੋ ਨੰਬਰਸ ਦਾ ਕੀ ਹੋਣਾ ਚਾਹੀਦਾ ਹੈ ਸਮ। ਤਾਂ ਜੇ ਦੋ ਨੰਬਰ ਹੈ 2 and 3 ਔਰ 2 + 3। ਹੁਣ ਤੁਸੀਂ ਇਹਨੂੰ ਲਿਖਣਾ ਕਿਸ ਤਰੀਕੇ ਨਾਲ ਹੈ x² - 2x - 3x ਔਰ +6 ਯਾਨੀ ਕਿ ਤੁਸੀਂ ਮਿਡਲ ਟਰਮ ਨੂੰ ਦੋ ਹਿੱਸਿਆਂ ਵਿੱਚ ਤੋੜ ਦਿਆ ਹੈ। -5 ਹੈ ਤਾਂ -2 - 3 ਹੀ ਆਏਗਾ। ਹੁਣ ਤੁਸੀਂ ਕੀ ਕਰਨਾ ਹੈ ਪਹਿਲੇ ਦੋ ਨੰਬਰਸ ਨੂੰ ਚੱਕੋ ਔਰ ਉਹਦੇ ਵਿੱਚੋਂ ਕਾਮਨ ਲੈ ਲਓ। ਅਖੀਰਲੇ ਦੋ ਟਰਮਸ ਲਓ ਉਹਦੇ ਵਿੱਚੋਂ ਕਾਮਨ ਲੈ ਲਓ। ਪਹਿਲੇ ਦੋ ਟਰਮ ਵਿੱਚੋਂ x ਕਾਮਨ ਹੈ
ਸੋ x ਮਾਈਨਸ 2। ਆ ਨੰਬਰ ਦਾ ਨਿਸ਼ਾਨ ਆਪਾਂ ਰਿਪੀਟ ਕਰਦੇ ਹਾਂ, ਸੇਮ ਹੀ ਆਉਣਾ ਇੱਥੇ, ਜੇ ਮਾਈਨਸ ਹੈ ਤਾਂ ਮਾਈਨਸ, ਪਲੱਸ ਹੈ ਤਾਂ ਪਲੱਸ। ਹੁਣ 3 ਔਰ 6 ਵਿੱਚੋਂ 3 ਕਾਮਨ ਹੈ, ਸੋ ਅਗੇਨ x ਔਰ ਇਹਨੂੰ ਰਿਪੀਟ ਕਰੋ x ਮਾਈਨਸ 2। ਮਲਟੀਪਲ ਕਰਕੇ ਤੁਸੀਂ ਦੇਖ ਸਕਦੇ ਹੋ ਬੇਟਾ ਮਾਈਨਸ 3x ਔਰ ਪਲੱਸ 6। तो आप फैक्टर्स बिल्कुल ठीक बनाए ने। इज इक्वल्स टू x माइनस टू अगेन तुसी की ले लो कॉमन, फिर कौन बच गया, एक x बच गया और माइनस 3 बच गया। सो दो फैक्टर्स अपने बन गए ने और यही अपना की है आंसर है। क्वेश्चन नंबर 13 बेटा 105 और 102 ਨੂੰ ਤੁਸੀਂ ਮਲਟੀਪਲਾਈ ਕਰਨਾ। ਤੁਸੀਂ ਇੱਥੇ ਹੁਣ ਸਿੰਪਲ ਮਲਟੀਪਲੀਕੇਸ਼ਨ ਜਿਹੜੀ ਹੈ ਉਹ ਨਹੀਂ ਕਰਨੀ ਹੈ। ਕੀ ਯੂਜ਼ ਕਰਨਾ ਆਪਾਂ, ਆਈਡੈਂਟੀਟੀ ਯੂਜ਼ ਕਰਨੀ ਹੈ, ਇੱਕ ਤਤਸਮਕ ਦਾ ਇਸਤੇਮਾਲ ਕਰਨਾ ਹੈ। ਠੀਕ ਹੈ, ਹੁਣ ਉਹ ਕਿਸ ਤਰੀਕੇ ਨਾਲ ਕਰੋਗੇ, वन 105 ਨੂੰ ਆਪਾਂ ਲਿਖਾਂਗੇ 100 plus 5, 102 ਨੂੰ ਲਿਖਾਂਗੇ 100 plus 2। और ਇੱਥੇ फर्स्ट नंबर सेम है, दोनों बाकी अलग है, तो x plus a x plus b ਦਾ ਫਾਰਮੂਲਾ ਲੱਗੇਗਾ। x ਦੀ ਕੀਮਤ ਮੇਰੇ ਕੋਲ ਇੱਥੇ ਕਿੰਨੀ ਹੈ 100 ਹੈ, a ਦੀ ਕੀਮਤ ਹੈਗੀ 5 और b ਦੀ ਕੀਮਤ ਹੈਗੀ ਹੈ 2। सो 100 स्क्वायर 5 plus 2 into 100 and 5 multiplied by 2। सो 1 2 3 4 zeros आ गया, प्लस 700 प्लस 5 2 ज़ा 10। अगेन इनू ऐड कर दो, 0 0 0 0 आ गया, 1 0 0 1 आ गया, 7 0 7 आ गया, 0 0 1 1। सो दिस इज माय आंसर। नेक्स्ट क्वेश्चन चलते हैं, क्वेश्चन नंबर 15। क्वेश्चन नंबर 15 कह रहा संख्या 9408 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਭਾਗ ਕਰੀਏ, ਭਾਗ ਕਰਨਾ ਹੈ ਤਾਂ ਕਿ ਪੂਰਨ ਵਰਗ ਸੰਖਿਆ ਹੋ ਜਾਵੇ। ਸੰਖਿਆ ਦਾ ਵਰਗਮੂਲ ਵੀ ਪਤਾ ਕਰੋ। क्वेश्चन है by which smallest number 9408 be divided to make 9408 a perfect square, find the square root also। ਤਾਂ ਇਸ ਤਰੀਕੇ ਦੇ ਕੁਐਸਚਨ ਦੇ ਵਿੱਚ ਬੇਟਾ ਤੁਹਾਨੂੰ ਕੀ ਹੈ, ਹੁਣ ਉਹ ਨੰਬਰ ਪਤਾ ਕਰਨਾ ਜਿਹਦੇ ਨਾਲ ਆਪਾਂ ਡਿਵਾਈਡ ਕਰਨਾ ਹੈ। ਇਹਦਾ ਮਤਲਬ ਇਹਦਾ ਤੁਸੀਂ ਪਹਿਲਾਂ ਅਭਾਜ ਗੁਣਨਖੰਡ ਯਾਨੀ ਕਿ ਪ੍ਰਾਈਮ ਫੈਕਟਰਾਈਜੇਸ਼ਨ ਨਾਲ ਇਹਦੇ ਫੈਕਟਰਸ ਬਣਾਓਗੇ। ਸੋ ਕਿਉਂਕਿ ਈਵਨ ਨੰਬਰ ਹੈ, ਪਹਿਲਾਂ 2 ਨਾਲ ਚਲਾਵਾਂਗੇ, फिर 2 ਨਾਲ डिवाइड करके इन्ना आ गया, 2 ਨਾਲ डिवाइड किया, फिर 2 ਨਾਲ डिवाइड किया, अगेन ईवन है 2 ਨਾਲ। ਹੁਣ ਇੱਥੇ 147 ਆਇਆ ਹੈ, ਤਾਂ ਇਹਨੂੰ ਐਡ ਅਪ ਕਰੋ, 7 + 4 + 1 ਕਿੰਨਾ ਆ ਗਿਆ 12। ਸੋ ਇਹਨੂੰ ਕਿਹਦੇ ਨਾਲ ਡਿਵਾਈਡ ਕਰਾਂਗੇ 3 ਦੇ ਨਾਲ ਡਿਵਾਈਡ ਕਰਾਂਗੇ। 49 ਆ ਗਿਆ, ਫਿਰ 7 ਨਾਲ ਡਿਵਾਈਡ ਕਰਾਂਗੇ। ਹੁਣ ਤੁਸੀਂ ਦੇਖੋ ਇੱਥੇ ਕਿਹੜੇ ਕਿਹੜੇ ਫੈਕਟਰਸ ਬਣੇ ਨੇ, 1 2 3 4 5 6 ਵਾਰੀ ਤਾਂ ਆਪਣੇ ਕੋਲ 2 ਹੀ ਬਣ ਗਏ ਨੇ। ਓਕੇ, और एक 7 ਦਾ पेयर ਬਣਿਆ और एक 3, यानी कि ਜਿਹੜਾ ਆ 3 ਹੈ ਇਹ ਮੇਰੇ ਕੋਲ ਕੱਲਾ ਰਹਿ ਗਿਆ, ਆ ਵੀ पेयर ਹੈ, पेयर पेयर पेयर। सो 9408 ਨੂੰ ਆਪਾਂ ਕਿਹਦੇ ਨਾਲ ਡਿਵਾਈਡ ਕਰਾਂਗੇ 3 ਦੇ ਨਾਲ। सो 2 2 अगेन 2 एंड अगेन 7 ਦਾ पेयर ਬਣ ਗਿਆ। ਹੁਣ ਕੁਐਸਚਨ ਦਾ ਇਹਦਾ ਆਨਸਰ ਕੀ ਨਿਕਲੇਗਾ ਫਿਰ ਜਦੋਂ 3 ਨਾਲ ਡਿਵਾਈਡ ਕਰਾਂਗੇ, 3 3 ज़ा 9, 3 1 ज़ा 3, 3 3 ज़ा 9, 3 6 ज़ा 18, 3 1 3 6 ਇਹ ਨੰਬਰ ਆਇਆ। और ਇਹਦਾ ਅਗਰ ਮੈਂ ਸਕੁਆयर रूट ਕੱਢਾਂ 3 1 3 6 ਦਾ ਤਾਂ ਕੀ ਆਊਗਾ 2 2 2 7, 2 2 2 और 7, यानी कि 8 7 ज़ा 56 इज़ द आंसर। ठीक है, सो दोबारा ਸਕੁਆयर रूट पता करने की जरूरत नहीं हैगी, ਤੁਸੀਂ ਪਹਿਲਾਂ ਜੋ ਫੈਕਟਰਸ ਬਣਾਏ ਉਹਦੇ ਵਿੱਚੋਂ ਹੀ ਸਕੁਆयर रूट ਨਿਕਲ ਆਏਗਾ। ਇਹਦੇ ਵਿੱਚ ਇੱਕ ਆਪਸ਼ਨ ਹੋਰ ਦੇ ਰੱਖੀ ਹੈ ਕਿ 1308 ਦੇ ਵਿੱਚੋਂ ਕਿਹੜੇ ਨੰਬਰ ਨੂੰ ਆਪਾਂ ਮਾਈਨਸ ਕਰੀਏ। ਹੁਣ ਜਦੋਂ ਬੇਟਾ ਮਾਈਨਸ ਆ ਜਾਂਦਾ ਹੈ ਫਿਰ ਤੁਸੀਂ ਇੱਥੇ ਡਿਵੀਜ਼ਨ ਮੈਥਡ ਨੂੰ ਯੂਜ਼ ਕਰੋਗੇ, ਕਿਉਂਕਿ ਡਿਵੀਜ਼ਨ ਮੈਥਡ ਅਗਰ ਨਹੀਂ ਯੂਜ਼ ਕਰੋਗੇ ਫੈਕਟਰਸ ਬਣਾਓਗੇ ਤਾਂ ਫੈਕਟਰ ਨੂੰ ਆਪਾਂ ਇੱਥੇ ਮਾਈਨਸ ਨਹੀਂ ਕਰ ਸਕਦੇ, ਉਹਨੂੰ ਤਾਂ ਮਲਟੀਪਲਾਈ ਡਿਵਾਈਡ ਹੀ ਕਰ ਸਕਦੇ ਹਾਂ। ਇਹਨੂੰ 3 3 ज़ा 9, ਇੱਥੇ ਆਹ ਵਾਲਾ ਫੈਕਟਰ ਤੁਸੀਂ ਯੂਜ਼ ਕਰੋਗੇ 3 3 ज़ा 9, माइनस करोगे 4 नीचे आ गया, आंसर ਦੇ ਵਿੱਚ ਇੱਥੇ 4 ਬਣ ਗਿਆ और 08 जो है ਤੁਸੀਂ ਇਹਨੂੰ ਨੀਚੇ ਲੈ ਕੇ ਆਓਗੇ ਤਾਂ 408। ਹੁਣ 3 ਨੂੰ 2 ਨਾਲ ਮਲਟੀਪਲਾਈ ਕਰੋਗੇ ਇੱਥੇ 6 ਆ ਗਿਆ, 6 ਦੇ ਨਾਲ ਤੁਸੀਂ ਕਿਹੜਾ ਨੰਬਰ ਲਗਾਓ ਕਿ ਇੱਥੇ ਛੋਟਾ ਡਿਜਿਟ ਬਣ ਜਾਵੇ, ਤਾਂ 6 ਨਾਲ ਮਲਟੀਪਲਾਈ ਕਰਕੇ 396 ਆਇਆ, 396 ਆ ਗਿਆ ਇੱਥੇ और 12 ਮੇਰੇ को बच गया। ਤਾਂ मतलब 12 जो है ਉਹ ਮੇਰੇ ਕੋਲ ਫालतू है। सो 1308 ਵਿੱਚੋਂ 12 ਉਹ ਨੰਬਰ ਹੈ ਜਿਹਨੂੰ ਮਾਈਨਸ ਕਰਾਂਗੇ ਤਾਂ 1296 ਆ ਗਿਆ।
1296 ਦਾ ਤੁਸੀਂ ਅਗਰ ਹੁਣ ਕਰਨਾ ਚਾਹੋ ਸਕੁਆਇਰ ਰੂਟ, ਉਹ ਆਹੀ ਆਏਗਾ ਇੱਥੇ 6 ਨਾਲ, ਤਾਂ ਕਿੰਨਾ ਆ ਗਿਆ ਮੇਰੇ ਕੋਲ 396। ਆ ਦੇਖੋ ਆਨਸਰ ਪਹਿਲਾਂ ਹੀ ਆਪਣੇ ਕੋਲ ਪਿਆ ਹੁੰਦਾ, ਫालतू ਚੀਜ਼ ਆ ਜਾਂਦੀ ਹੈ। ਸੋ 336 जो स्क्वायर रूट आ गया मेरे को, और 12 इज द स्मॉलेस्ट नंबर जो कि पूछा गया सी। So in this pie chart, the expenditure done by Sikha is given in different areas: food, education, rent and miscellaneous. If the total expenditure is 36,000, then give the following answers. ਉਹ ਭੋਜਨ ਤੇ ਕਿੰਨਾ ਖਰਚ ਕਰਦੀ ਹੈ? How much she spends on food, rent, miscellaneous and education. ਖਰਚੇ ਪਤਾ ਕਰਨੇ ਨੇ ਰੁਪੀਜ਼ ਦੇ ਵਿੱਚ, ਠੀਕ ਹੈ। ਆਪਾਂ ਨੂੰ ਗਿਵਨ ਹੈ ਐਂਗਲ। ਸੋ ਭੋਜਨ ਦਾ, ਫੂਡ ਦਾ ਆਪਣੇ ਕੋਲ ਐਂਗਲ ਗਿਵਨ ਹੈ 135 ਡਿਗਰੀ। ਸੋ 135 ਡਿਗਰੀ ਇਹਨੂੰ ਆਪਾਂ ਕਿਹਦੇ ਨਾਲ ਮਲਟੀਪਲਾਈ ਕਰਾਂਗੇ? ਜਿੰਨਾ ਆਪਣੇ ਕੋਲ ਪੈਸੇ ਨੇ 36,000, ਔਰ ਡਿਵਾਈਡ ਕਰਾਂਗੇ 360 ਡਿਗਰੀ ਦੇ ਨਾਲ। 360 ਡਿਗਰੀ ਦਾ ਕਿੰਨਾ ਹਿੱਸਾ ਹੈ? 135, ਔਰ ਇਹਨੂੰ ਰੁਪੀਜ਼ ਵਿੱਚ ਆਪਾਂ ਕਨਵਰਟ ਕਰਨਾ ਚਾਹੁੰਦੇ ਹਾਂ। 360 ਨੂੰ 36,000 ਨਾਲ ਕੈਂਸਲ ਕਰਾਂਗੇ, 100 ਆ ਗਿਆ, ਔਰ ਟੋਟਲ ਆਂਸਰ ਆ ਗਿਆ ਮੇਰੇ ਕੋਲ ਰੁਪੀਜ਼ 13,500। ਸਿਮਿਲਰਲੀ ਅਗਰ ਮੈਂ ਰੈਂਟ ਦਾ ਪਤਾ ਕਰਾਂ ਖਰਚਾ, ਤਾਂ 81/360 ਡਿਗਰੀ ਮਲਟੀਪਲਾਈ ਬਾਈ 36,000। ਇੱਥੇ ਵੀ ਮੇਰੇ ਕੋਲ ਕਿੰਨਾ ਆ ਜਾਏਗਾ? 100। ਸੋ ਦਿਸ ਇਜ਼ 8100 ਰੁਪੀਜ਼। ਨੈਕਸਟ ਐਜੂਕੇਸ਼ਨ ਦਾ ਕਿੰਨਾ ਆ ਜਾਏਗਾ ਬੇਟਾ? 3600 ਰੁਪੀਜ਼, ਔਰ ਬਾਕੀ 10,800 ਰੁਪੀਜ਼। ਔਰ ਤੁਸੀਂ ਜਦੋਂ ਇਹਨੂੰ ਟੋਟਲ ਕਰੋਗੇ ਤਾਂ ਸਾਰਾ 36,000 ਬਣ ਜਾਏਗਾ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਕਿਸੇ ਫੈਕਟਰੀ ਦੇ 30 ਕਾਮਿਆਂ ਦੇ ਹਫ਼ਤਾਵਾਰੀ ਆਮਦਨ ਯਾਨੀ ਕਿ ਵੀਕਲੀ wages are given as following. You have to make class intervals 800, 810 and so on, and make a frequency table. Then make a bar graph and answer the following questions. ਆਪਾਂ ਇੱਥੋਂ ਬੇਟਾ ਫ੍ਰੀਕੁਐਂਸੀ ਟੇਬਲ ਸਾਰੇ ਲਿਖ ਲਏ ਨੇ 800 ਤੋਂ ਲੈ ਕੇ, ਸਾਰੇ ਵਰਗੰਤਰਾਲ ਲਿਖ ਲਏ ਨੇ 800 ਤੋਂ ਲੈ ਕੇ 890 ਤੱਕ। ਹੁਣ ਇਹਦੇ ਵਿੱਚ ਆਪਾਂ ਨੰਬਰਸ ਕਾਊਂਟ ਕਰਾਂਗੇ। 800 ਦੇ ਵਿੱਚ ਬੇਟਾ 800 ਇਨਕਲੂਡਡ ਹੈ, ਬਟ 810 ਜਿਹੜਾ ਉਹ ਇਨਕਲੂਡਡ ਨਹੀਂ ਹੈ, ਯਾਨੀ ਕਿ 800, 801 ਤੋਂ ਲੈ ਕੇ 809 ਤੱਕ ਆਪਾਂ ਨੰਬਰਸ ਨੂੰ ਇਹਦੇ ਵਿੱਚ ਰੱਖ ਸਕਦੇ ਹਾਂ। ਤਾਂ ਮੇਰੇ ਕੋਲ 804, 808 ਔਰ 806 ਤਾਂ ਦੀ ਬਾਰੰਬਾਰਤਾ ਕਿੰਨੀ ਆ ਜਾਏਗੀ? 3। ਅੱਗੇ ਕਾਊਂਟ ਕਰਦੇ ਹਾਂ। 830 ਇਹ ਕਿੱਥੇ ਆਏਗਾ ਬੇਟਾ? ਇਸ ਜਗ੍ਹਾ ਤੇ। 835 ਇਸ ਜਗ੍ਹਾ ਤੇ। 890 ਇੱਥੇ ਇੱਕ ਆ ਜਾਏਗਾ। 810 ਇਸ ਜਗ੍ਹਾ ਤੇ। 35, 36, 69 ਇਸ ਜਗ੍ਹਾ ਤੇ ਆ ਜਾਏਗਾ। 45 ਇਸ ਜਗ੍ਹਾ ਤੇ। 898 ਇਸ ਜਗ੍ਹਾ ਤੇ। ਹੁਣ ਇੱਥੇ ਆਪਣੇ 5 ਬਣ ਗਏ ਬੇਟਾ। 833 ਅਗੇਨ, 55, 45, ਆ ਸਾਰੇ ਹੋ ਗਏ ਨੇ। 812, 40, 85, 35, 35 ਦੋ ਵਾਰੀ ਆ ਰਿਹਾ। 36, 78, 40, 68, 890 ਆ ਗਿਆ। ਹੁਣ ਆਪਾਂ ਇਹਦੀ ਫ੍ਰੀਕੁਐਂਸੀਜ਼ ਨੂੰ ਲਿਖ ਲੈਂਦੇ ਹਾਂ। R2 ਆ ਗਿਆ 1, 5 and 4 ਕਿੰਨੀ ਆ ਗਿਆ? 9, ਫਿਰ 5, 1, 3 again 1, 1
और ये आ गया 4। ये कह दी है ये पूरे बेटा 30 वर्कर्स की फ्रीकुएंसी बनती है। ਹੁਣ ਤੁਸੀਂ ਇਹਦਾ ਆਇਤ ਚਿੱਤਰ ਵੀ ਬਣਾਉਣਾ ਹੈ। ਉਸ ਤੋਂ ਪਹਿਲਾਂ ਆਪਾਂ ਕੁਐਸਚਨ ਦੇ ਆਨਸਰ ਕਰ ਲੈਂਦੇ ਹਾਂ। ਕਿਸ ਗੁੱਟ ਦੇ ਵਿੱਚ ਕਾਮਿਆਂ ਦੀ ਗਿਣਤੀ ਸਭ ਤੋਂ ਵੱਧ ਹੈ? ਕਾਮਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ 830 ਤੋਂ 840 ਦੇ ਵਿੱਚ ਹੈਗੀ ਹੈ। ਸੋ ਇਹਦਾ ਆਨਸਰ ਕੀ ਆ ਗਿਆ? 830 ਤੋਂ 840। ਕਿੰਨੇ ਕਾਮੇ 850 ਰੁਪਏ ਜਾਂ ਉਸ ਤੋਂ ਵੱਧ ਕਮਾਉਂਦੇ ਹਨ? 850 ਜਾਂ ਉਸ ਤੋਂ ਵੱਧ, ਯਾਨੀ ਕਿ ਆ ਸਭ ਨੂੰ ਟੋਟਲ ਕਰਨਾ ਹੈ। 4 5 6 6 ਐਂਡ 4 10 ਕਾਮੇ ਆ ਗਏ ਆਪਣੇ ਕੋਲ ਜੋ 850 ਰੁਪਏ ਤੋਂ ਵੱਧ ਕਮਾਉਂਦੇ ਨੇ। ਠੀਕ ਹੈ, ਇਧਰਲੇ ਪਾਸੇ ਤੁਸੀਂ ਕਲਾਸ ਇੰਟਰਵਲਸ ਯਾਨੀ ਕਿ ਵਰਗ ਅੰਤਰਾਲ ਲਓਗੇ ਔਰ ਇਧਰਲੇ ਪਾਸੇ ਤੁਸੀਂ ਕਾਊਂਟਿੰਗ ਲੈ ਲਓਗੇ। ਇਕੁਅਲ ਡਿਸਟੈਂਸ ਪਰ ਲੈਣੀ ਹੈ। ਮੈਕਸਿਮਮ ਜਿਵੇਂ ਇੱਥੇ ਆਪਣੇ ਕੋਲ 9 ਵਰਕਰਸ ਨੇ ਤਾਂ ਤੁਸੀਂ 2 4 6 8 10 ਇਸ ਤਰੀਕੇ ਨਾਲ ਵੀ ਲੈ ਸਕਦੇ ਹੋ ਔਰ 1 ਤੋਂ ਲੈ ਕੇ 10 ਤੱਕ ਵੀ ਲੈ ਸਕਦੇ ਹੋ। ਠੀਕ ਹੈ, ਇੱਥੇ ਜੇ ਆਪਾਂ ਲਈਏ 800 ਤੋਂ ਲੈ ਕੇ 810 ਤੱਕ, ਤਾਂ ਅਗਰ ਆਪਾਂ ਇਹਦਾ ਵਰਗ ਚਿੰਨ੍ਹ ਬਣਾਉਣਾ ਹੋਵੇ, ਇਹਦਾ ਆਪਾਂ ਆਇਤ ਚਿੱਤਰ ਬਣਾਉਣਾ ਹੋਵੇ ਤਾਂ ਆਪਾਂ ਕਿਤੇ ਤੱਕ ਬਣਾਵਾਂਗੇ? ਇਹਨੂੰ 3 ਤੱਕ ਬਣਾਵਾਂਗੇ। ਇਸ ਤਰੀਕੇ ਨਾਲ ਤੁਸੀਂ ਸਾਰੇ ਡਰਾ ਕਰ ਸਕਦੇ ਹੋ। क्वेश्चन नंबर 17 ਵੱਲ ਚੱਲਦੇ ਹਾਂ। ਸੰਦੀਪ ਕੋਲ ਇੱਕ ਵਰਗਾਕਾਰ ਪਲਾਟ ਹੈ ਜਿਸ ਦਾ ਮਾਪ ਚਿੱਤਰ ਵਿੱਚ ਦਿੱਤਾ ਗਿਆ ਹੈ। ਸੰਦੀਪ ਹੈਜ਼ ਅ ਸਕੁਆਇਰ ਸ਼ੇਪਡ ਪਲਾਟ ਐਂਡ ਇਟਸ ਮੈਜ਼ਰਮੈਂਟ ਇਜ਼ ਗਿਵਨ। ਪਲਾਟ ਦੇ ਮੱਧ ਵਿੱਚ ਇੱਕ ਘਰ ਅਤੇ ਘਰ ਦੇ ਆਲੇ ਦੁਆਲੇ ਇੱਕ ਬਗੀਚਾ ਬਣਾਉਣਾ ਚਾਹੁੰਦਾ ਹੈ। ਹੀ ਵਾਂਟਸ ਟੂ ਮੇਕ ਅ ਹਾਊਸ ਇਨ ਦ ਮਿਡਲ ਐਂਡ ਇਨ ਦ ਪੈਰੀਫਰੀ ਅ ਪਾਰਕ ਅਲੋਂਗ ਦ ਬਾਉਂਡਰੀ। ਠੀਕ ਹੈ, 60 ਰੁਪੀਜ਼ ਪ੍ਰਤੀ ਵਰਗ ਮੀਟਰ ਦੀ ਦਰ ਦੇ ਨਾਲ ਬਗੀਚਾ ਬਣਾਉਣ ਦਾ ਖਰਚ ਪਤਾ ਕਰੋ। if the rate of making a garden is rupees 60 per meter square, find the total cost या total expenditure। ਤਾਂ ਸਭ ਤੋਂ ਪਹਿਲਾਂ ਬੇਟਾ ਆਪਾਂ ਨੂੰ ਇਸ ਬਗੀਚੇ ਦਾ ਏਰੀਆ ਫਾਈਂਡ ਆਊਟ ਕਰਨਾ ਪੈਣਾ ਹੈ। ਅਗਰ ਪਲਾਟ ਦਾ ਏਰੀਆ ਫਾਈਂਡ ਆਊਟ ਕਰੀਏ, ਪਲਾਟ ਦਾ ਖੇਤਰਫਲ, ਤਾਂ 25 ਮਲਟੀਪਲਾਈਡ ਬਾਈ 25 यानी कि 625 मीटर स्क्वायर आ जाएगा। और अगर इस हाउस का एरिया फाइंड आउट करने की कोशिश करिए तो हाउस एरिया जो कि एक रैक्टेंगल है वो 15 मल्टीप्लाइड बाय 20 आ जाएगा, यानी कि 300 मीटर स्क्वायर। तो बगीचे का एरिया, गार्डन एरिया कितना आ जाएगा? दोनों को माइनस करके, यानी कि 325 मीटर स्क्वायर। ठीक है, हुण और कॉस्ट जो रेट है, रेट ऑफ गार्डन इज ₹60 पर मीटर स्क्वायर। तो टोटल कॉस्ट इज इक्वल टू 325 मल्टीप्लाइड बाय 60। इन्हें तुसी मल्टीप्लाई कर लो, 0 आ गया, 6 5 30, 0 कैरी ओवर 3, 6 2 12 प्लस 15 5 कैरी ओवर 1 18 19। सो 19,500 रुपीज़ जो है वो टोटल कॉस्ट आ जाएगी। तो बहुत ही ईजी क्वेश्चन सी बेटा, तुसी इसी तरीके नाल अटैम्प्ट करो। इत्थे तुसी फार्मूलाज भी मैंशन कर सकते हो। स्क्वायर एरिया इज साइड स्क्वायर एंड रैक्टेंगल एरिया, फार्मूले जो भी यूज़ करो हमेशा थानू लिखने चाहिए। लेंथ मल्टीप्लाइड बाय ब्रेथ। ਦੇ ਵਿੱਚ ਕੁਐਸਚਨ ਹੈ, ਇੱਕ ਕੰਪਨੀ ਦੁੱਧ ਪਾਊਡਰ ਨੂੰ ਇੱਕ ਸਿਲੰਡਰ ਆਕਾਰ ਦੇ ਡੱਬੇ ਜਿਸ ਦਾ ਆਧਾਰ ਵਿਆਸ 14 ਸੈਂਟੀਮੀਟਰ ਉਚਾਈ 20 ਸੈਂਟੀਮੀਟਰ ਹੈ ਵਿੱਚ ਪੈਕ ਕਰਦੀ ਹੈ। ਅ ਕੰਪਨੀ ਪੈਕਸ ਮਿਲਕ ਪਾਊਡਰ ਇਨ ਅ cylindrical shape box which has diameter 14 centimeters and height 20 centimeters। ਕੰਪਨੀ ਡੱਬੇ ਦੇ ਆਲੇ ਦੁਆਲੇ ਇੱਕ ਸਟਿੱਕਰ ਲਗਾਉਂਦੀ ਹੈ। ਦ ਕੰਪਨੀ ਯੂਜ਼ਸ ਅ ਸਟਿੱਕਰ ਲਾਈਕ ਸ਼ੋਨ ਇਨ ਦ ਫਿਗਰ। ਜੇਕਰ ਸਟਿੱਕਰ ਉੱਪਰ ਤੇ ਹੇਠਾਂ 1 ਸੈਂਟੀਮੀਟਰ ਦੂਰੀ ਤੇ ਹੋਵੇ ਤਾਂ ਸਟਿੱਕਰ ਦਾ ਖੇਤਰਫਲ ਪਤਾ ਕਰੋ। ਦ ਸਟਿੱਕਰ ਇਜ਼ ਐਟ 1 ਸੈਂਟੀਮੀਟਰ ਫਰੋਮ ਅਬਵ ਐਂਡ ਬਿਲੋ, ਦੈਨ ਫਾਈਂਡ ਦ ਏਰੀਆ ਆਫ ਦ ਸਟਿੱਕਰ। ਏਰੀਆ ਆਫ ਸਟਿੱਕਰ ਅਸੀਂ ਫਾइंड आउट करना ਚਾਹੁੰਦੇ ਹਾਂ। ਇਹ ਆਪਣੇ ਕੋਲ ਬੇਟਾ ਫਿਗਰ ਹੈ। आ टोटल 14 सेंटीमीटर्स है तो रेडियस कितना आ गया 7 सेंटीमीटर्स।
और हाइट टोटल 20 है, बट इस 20 ਦੇ ਵਿੱਚੋਂ 1 ਸੈਂਟੀਮੀਟਰ तो चले गया है। सो अगर मैं स्टिकर की गल करा तो ਉਹਦੀ हाइट सिर्फ कितनी रह जाएगी मेरे को 18 मीटर्स। सो द हाइट ऑफ द सिलेंडर इज 20 सेंटीमीटर्स, द रेडियस ऑफ द सिलेंडर इज 7 सेंटीमीटर्स, द हाइट ऑफ स्टिकर की ऊंचाई 18 सेंटीमीटर्स एंड कर्व सरफेस ऑफ स्टिकर इज 2 पाई आर एच। सो 22 by 7 multiplied by 7 multiplied by 18, ठीक है, ये आर कैंसिल हो गया। सो 44 मल्टीप्लाइड बाय 18 तो 792 मीटर स्क्वायर इज द आंसर। तो क्वेश्चन नंबर 17 का सैकेंड पार्ट सी। क्वेश्चन नंबर 18, एक व्यक्ति अपनी आमदन का 87% खर्च करता है, जेकर वो 325 बचाता है तो उसकी आमदन पता करो। पर्सन स्पेंड्स 87% ऑफ इनकम एंड ही सेव्स ₹325, फाइंड द टोटल इनकम। तो मान लेने उसकी टोटल इनकम X रुपीज़ है और 87% जो स्पेंड करता है। अगर वो 87% स्पेंड करता है तो वो बचाता भी तो है, दैट इज़ 13% वो सेव करता है। मैं सेविंग क्यों कढ़ी है बेटा, क्योंकि आपां नूं बचत जिहड़ी 325 रुपीज़ विच दे रखी सी। सो 325 किहदे बराबर हो गया, 13% ऑफ द टोटल इनकम। 13 गुणा X बटे 100 बराबर 325। परसेंटेज आप निशान हटाना है तो डिवाइडेड बाय 100 करांगे। सो 13X इज इक्वल टू 32500। X कढ़ लेने 32500 डिवाइडेड बाय 13, 2 are 26, ठीक है, 65, 13 5 are 65। सो 2500 ओदी टोटल इनकम सी, दैट इज़ द आंसर। ਇਹਦੇ ਵਿੱਚ ਨੈਕਸਟ ਪਾर्ट भी हैगा इसी क्वेश्चन का। एक छत वाले पक्के का अंकित मुल 720 रुपये है, मौसम लंघण तो बाद यह 684 रुपये ਵਿੱਚ ਵੇਚਿਆ ਜਾਂਦਾ ਹੈ, कटौती प्रतिशत पता करो। द MRP ऑफ सीलिंग फैन इज ₹720, इट इज सोल्ड एट ₹684, फाइंड द डिस्काउंट परसेंटेज। सो अंकित मुल 720 है, वेच मुल 684 है। तो पहली गल तो कटौती कितनी हुई बेटा, दोनों को आप कर देंगे माइनस, ठीक है। 10 विचों 4 गया तो कितना आ जाएगा 6, और इत्थे बन जाएगा मेरे को 1, ये आ गया 11, आ बन गया 6। 11 विचों 8 जाएंगे 3 और 6 जो 6 0। सो 36 रुपीज़ मेरे को आ गई वो डिस्काउंट। हुण मैं पता करना डिस्काउंट परसेंटेज। सो 36 मल्टीप्लाइड बाय 100 और इनू पता करांगे आप MRP पर 720। 36 2 are 72 और नाल 0 आ गया, 0 नाल 0 कैंसिल हो गया, इत्थे आ गया 5। सो इट इज़ 5%, दैट इज़ द डिस्काउंट या कटौती। नैक्सट ਇਹਦੇ ਵਿੱਚ 18th ਦਾ ਆਪਾਂ ਨੂੰ और पार्ट भी दे रखा है। ध्यान रखना है बेटा, तुसी क्वेश्चन अटैम्प्ट करो बड़ा ही ध्यान नाल। ਇਹਦੇ 2 पार्ट्स ने और इकल्ला ही क्वेश्चन है। 2018 ਵਿੱਚ ਇੱਕ LED TV ਦਾ ਮੁੱਲ 16000 रुपये ਸੀਗਾ। अगले साल 2019 ਵਿੱਚ ਇਸ ਦੇ ਮੁੱਲ ਦੇ ਵਿੱਚ 5% ਵਾਧਾ ਹੋ ਗਿਆ। ਫਿਰ ਉਸ ਤੋਂ अगले साल 2020 ਦੇ ਵਿੱਚ ਇਸ ਦੇ ਮੁੱਲ ਵਿੱਚ 4% ਦੀ ਕਮੀ ਹੋ ਗਈ। 2020 ਵਿੱਚ LED ਦਾ ਮੁੱਲ ਕਿੰਨਾ ਹੋਵੇਗਾ। ਇੱਕ ਵਾਰੀ 5% ਇਨਕਰੀਜ਼ ਹੈ, ਇੱਕ ਵਾਰੀ 4% ਡਿਕਰੀਜ਼ ਹੈ। ਸੋ ਆਪਾਂ ਅਲੱਗ-ਅਲੱਗ ਉਹਨੂੰ ਸੋਲਵ ਕਰ ਲਾਂਗੇ। सो 2 तरीके नाल बेटा क्वेश्चन दे विच चेंज आया है। एक तो पहला मुल दे विच 5% वाधा होया है और दूसरी बार मुल दे विच 4% का घाटा होया है। सो पहला आपां ये कड्डांगे कि 2019 दे विच असल मुल किन्ना रह गया जदों 2018 दे विच मुल सीगा 16000 रुपये। 16000 रुपये शुरुआती मुल हो गया, इहदा वाधा कड्डो 5%। ਇਹਦਾ 5% फाइंड आउट करांगे तो 16000 मल्टीप्लाइड बाय 5 बटे 100 आ गया मेरे को। और 800 रुपये जोड़ा है वो मुल दे विच की होया इनक्रीज़। ਇਹਦਾ मतलब 16000 विच 800 ਆਪਾਂ जोड़ांगे। सो 16800 मेरा 2019 ਦਾ ਮੁੱਲ आ गया। नैक्सट इस मुल दे विच हुण 4% ਦਾ घाटा होवेगा। 16800 ਦਾ 4% ਕੱਢੋਗੇ ਤੁਸੀਂ।
2020 ਦੇ ਵਿੱਚ ਮੁੱਲ ਦੇ ਵਿੱਚ ਘਾਟਾ ਹੋਇਆ ਔਰ ਇਹ ਕੁੱਲ ਘਾਟਾ ਕਿੰਨਾ ਹੋਇਆ ਜਾਂ ਕੁੱਲ ਡਿਕਰੀਜ਼ ਕਿੰਨਾ ਹੋਇਆ 16,800 ਗੁਣਾ 4/100 ਅਗੇਨ ਤਾਂ ਰਕਮ ਪਤਾ ਕਰ ਲਈ 672 ਰੁਪੀਜ਼ ਕਿਉਂਕਿ ਇਹ ਡਿਕਰੀਜ਼ ਹੈ ਘਾਟਾ ਹੈ ਇਹਨੂੰ ਕੀ ਕਰਾਂਗੇ ਆਪਾਂ ਜੋ ਸ਼ੁਰੂਆਤੀ ਮੇਰਾ ਮੁੱਲ ਸੀ 16,800 ਉਹਦੇ ਵਿੱਚੋਂ ਕੀ ਕਰਾਂਗੇ ਮਾਈਨਸ ਸੋ ਆ ਗਿਆ 16,128 ਰੁਪਏ ਇਹ ਹੁਣ 2020 ਦਾ ਅਸਲ ਮੁੱਲ ਹੈ ਠੀਕ ਹੈ ਸੋ ਇਹ ਇੱਕ ਤਰੀਕੇ ਦਾ ਇਹ ਲਗਾ ਲਓ ਬੇਟਾ ਇਨਕਰੀਜ਼ ਔਰ ਡਿਕਰੀਜ਼ ਤੁਸੀਂ ਦੋ ਵਾਰੀ ਕੁਐਸਚਨ ਨੂੰ ਫਾਈਂਡ ਆਊਟ ਕੀਤਾ ਔਰ ਉਸੇ ਹਿਸਾਬ ਨਾਲ ਤੁਹਾਡਾ ਆਨਸਰ ਆ ਗਿਆ ਸੋ ਇਹ ਸੀ ਬੇਟਾ ਤੁਹਾਡਾ ਪੂਰਾ ਦਾ ਪੂਰਾ ਪੇਪਰ ਜੋ ਕਿ ਤੁਹਾਨੂੰ ਮਾਡਲ ਟੈਸਟ ਪੇਪਰ ਪ੍ਰੋਵਾਈਡ ਕੀਤਾ ਗਿਆ ਹੈ ਇਸ ਪੇਪਰ ਨੂੰ ਚੰਗੀ ਤਰ੍ਹਾਂ ਤੁਸੀਂ ਤਿਆਰ ਕਰ ਲੈਣਾ ਇਹਦੇ ਨਾਲ ਦੇ ਕੁਐਸਚਨ ਵੀ ਕਰੋ ਪ੍ਰੀ ਬੋਰਡ ਦੇ ਪੇਪਰ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਹੈਲਪ ਮਿਲੇਗੀ ਤੇ ਅਗਰ ਤੁਸੀਂ ਚੈਨਲ ਪਰ ਨਵੇਂ ਹੋ ਤਾਂ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇੰਪੋਰਟੈਂਟ ਕੁਐਸਚਨਸ ਦੀ ਪੂਰੀ ਸੀਰੀਜ਼ ਮਿਲਣੇ ਵਾਲੀਆਂ ਨੇ ਤੇ ਮੈਂ ਤੁਹਾਨੂੰ ਪਿਛਲੇ ਸਾਲ ਦੇ ਪੇਪਰ ਵੀ ਸੋਲਵ ਕਰਵਾਵਾਂਗੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ